ठीक है जी। अच्छा 20 तो बढ़िया। अच्छा जी। अच्छा बहादुर सिंह बहुत खुशी है। चलिए सारा सामान रख ये रख लिए मैं कार लिया मैं कार लिया इतने लिया समान रख लेंगे। हाँ ठीक है इतने ले आओ। एक मिनट कोई नहीं मैं कार लिया कोई नहीं कोई नहीं। ये बंदे आ गए पुराने जितने जाओ मिल जाए फिर पता तो नहीं लगता बंदा बाहर आया है। ये तो लगता है कि ये कहानी है ਇੱਥੇ ਹੁਣ ਸਾਨੂੰ ਕਰਦਾ ਪਤਾ ਨਹੀਂਗਾ ਗਲੈਚੀਆਂ ਕਿ ਇੱਥੇ ਹਾਂਜੀ ਨਾਲੇ ਵੀ ਤੁਸੀਂ ਆਏ ਬਹੁਤ ਕਿਦਾਂ ਹੈਗਾ ਜੀ ਬਹਾਦਰ ਸਿੰਘ ਦਾ ਤਾਂ ਕੰਮ ਹੈ ਚਾਹੇ ਇਹਦੀ ਜੁੱਲੀ ਦਾ ਹੋਵੇ ਚਾਹੇ ਇਹਦੀ ਜੁੱਲੀ ਦਾ ਜੋ ਹੋਰ ਆ ਜੀ ਇਹ ਸ਼ਾਮ ਨੂੰ 4 ਵਜੇ ਦੀ ਸ਼ੁਰੂ ਹੁੰਦਾ ਕੰਮ ਇਹਦਾ ਤੇ ਇਹ ਵੇ ਹੁਣ ਤੁਹਾਡੇ ਨਾਲ ਰਲ ਗਿਆ ਹੈਗਾ ਚਲੋ ਤੁਸੀਂ ਆਪਣੀ ਕੋਈ ਇਹਨਾਂ ਨੂੰ ਹਾਂ ਦੁੱਧ ਪੀਣੇ ਗਏ ਇਹਨਾਂ वैसे तो चंगा हुआ बहुत अच्छी संगत है विचार भी चंगे है कि ਆਹੋ ਜੀ ਚਲੋ विचार जितना तो चंगे आ बहुत ज्यादा ये कोई बस तो बड़ा विचार फुटते भी होने वाली है काम में कल थोड़ा जाएगा नहीं पर ऐसी बाबा जी मैं एक गल हैगी है जिंदा मर्जी चलो जो करीदा है पर आपा ओन करके भी कभी गलत नहीं मतलब अपने हिसाब किताब ची ना रहीदा है। और दूसरा मतलब बहुत ही गलत है कि चलो खाना पीना तो चीज बनी हुई है ना संसार है चीज़ें सुनी है लेकिन कहते सब तो भैड़ी चीज है झूठ बोलना चोरी करनी या कोई दगा करना ये सब तो भैड़ी चीज है इंसान क्योंकि दूसरे लिए करना ना वो बहुत भैड़ी चीज है जी अपने शरीर लिए करते हो जाता किसी खेतन भी साफ कर सकते हो खाना पीना किसी वेले कंट्रोल कर सकते हो। प्रसादा तैयार है भाई ਉਹਦਾ ਚੀਮੇ ਦਾ ਭਲਾ ਟੈਲੀਫੋਨ ਨੋਟ ਕੀਤਾ ਸੀਗਾ हाँ जी टेलीफोन तो होता लग जाएगा
ਤੁਹਾਨੂੰ ਸਿੱਧਾ ਉੱਥੇ ਬਲਵਿੰਦਰ ਸਿੰਘ ਨਾਲ ਵੀ ਕਰਾ ਦਿਓ। ਮੈਨੂੰ ਕਹਿੰਦਾ ਮੈਂ ਟੈਲੀਫੋਨ ਕਰੂੰਗਾ ਤੇ ਦੱਸ ਦਿਓ। ਲੱਖੀ ਹੈਗਾ ਫਿਰ ਜਾ ਕੇ ਨਾ ਕੋਈ ਮਿੱਠਾ ਜਿਹਾ ਨਾਲ ਸ਼ਬਦ ਲਾ ਦੇ ਬੈਠੇ ਬੈਠੇ ਤੇ ਗੱਲਾਂ ਦੇ ਸ਼ਬਦ ਵੀ ਆਏ ਕਿਉਂ ਆਏ ਜਦੋਂ ਥੱਲੇ ਕੋਈ ਪਿਸ਼ਾਬ ਕੋਈ ਬੜਾ ਗਰਮ ਜ਼ਿਆਦਾ ਲੱਗਦਾ ਤੂੰ ਤਾਂ ਸ਼ਬਦ ਦੇ ਟੇਪ ਸੀਗਾ ਟੈਲੀਫੋਨ ਅੱਛਾ ਉੱਥੇ ਆਊਗਾ ਇੱਥੇ ਤਾਂ ਨਹੀਂ ਆ ਸਕਦਾ ਨਹੀਂ ਇੱਥੇ ਵੀ ਉਹਨੂੰ ਪਤਾ ਹੈ ਕੱਲ ਆ ਗਿਆ ਸੀਗਾ ਇੱਥੇ ਨਹੀਂ ਉਦੋਂ ਮੈਂ ਕਿਹਾ ਟੈਲੀਫੋਨ 'ਚ ਗੱਲ ਕਰਨੀ ਹੋਵੇ ਤਾਂ ਇੱਥੇ ਬੈਠਾ ਆ ਸਕਦਾ ਮੈਂ ਟੈਲੀਫੋਨ ਕਰ ਦਿੰਦੇ ਆ ਜਾ ਬੁਲਾ ਕੇ ਦੇ ਦਿਓ ਇਹ ਚ ਲੱਗ ਗਈ ਇੱਥੇ ਨੂੰ ਹੋਊਗਾ ਨੂੰ ਕਰਾਉਂਗੇ ਬੀਜੀ ਦਾ ਕੰਮ ਨਹੀਂ ਕੀਤਾ ਬੀਜੀ ਖਾਂਦਾ ਨਹੀਂ ਕੀਤਾ ਮੈਂ ਕੱਲ ਕੀਤਾ ਆਪਾਂ ਨੇ ਔਨ ਕਰਕੇ ਨਾ ਪਿੱਛੇ ਤੇ ਫਿਰ ਉਹ ਦੂਜੀ ਵੀ ਲਾ ਉਹਦੀ ਆਵਾਜ਼ ਘੱਟ ਰੱਖੋ ਆਵਾਜ਼ ਬਹੁਤ ਕਰਦਾ ਹਾਂ ਕੇ ਪਤਾ ਕੀ ਹੈਗਾ ਸਪੀਕਰ ਸਰਾਣੇ ਦੇ ਕੋਲ ਇੱਥੇ ਹੀ ਪਿਆ ਹੈ ਹੱਥ ਵੱਲ ਇਹ ਥੋੜੀ ਘੱਟ ਹੋ ਗਈ ਤੇ ਫਿਰ ਠੀਕ ਹੋ ਜਾਊ ਇਹ ਬੰਦ ਕਰ ਲਾ ਸਪੀਕਰ ਲਾ ਚਲੋ ਠੀਕ ਹੈ ਹੁਣ ਠੀਕ ਹੈ ਅੱਛਾ ਗੁਰਪਾਲ ਬਾਬਾ ਨੂੰ ਜਿਹੜਾ ਕਿ ਉਹ ਟੈਲੀਫੋਨ ਔਨ ਕਰਕੇ ਨਾ ਨੰਬਰ ਬੁਲਾ ਦਿਓ ਥੱਲੇ ਲਾ ਬਰ ਅੱਗ ਲੱਗੀ ਤਾਂ ਕਰੀ ਟੈਲੀਫੋਨ ਇਹ ਤਾਂ ਮੇਰੇ ਕੋਲ ਨਾਲ ਨਹੀਂ ਦੇਖਿਆ ਅੱਛਾ ਉਹਦੇ ਵਿੱਚ ਸਟਿਕ ਨਹੀਂ ਲਾਈ नहीं उस टेक्निक उस टेक्निक पहले जॉन करके देख लेना पता नहीं लगता हंसना भी है तो भी कुछ वो तो देखो तो सही तो ऐसे करने को उन्होंने भी बताया ये देखा टेलीफोन पे टेलीफोन का तो बहुत ज्यादा लगा साफ कर दे बेटा मैं ना ਉਹਦੇ ਲੱਗੀ ਕਰਨੀ ध्यान से आने वाला तो बात टेलीफोन करता रहना बता चले सलाम ਨੰਬਰ ਤੇ आप बंद कर ला ਆ ਫੋਟੋ ਆਈ ਸੀ ਜਦੋਂ ਅੰਮ੍ਰਿਤ ਛਕਾਇਆ ਸੀ ਨਾਲ ਤੈਨੂੰ ਪੂਰਨ ਫਲਾਂ ਦੀ ਪ੍ਰਾਪਤੀ ਹੋਈ ਹੈ ਇਹ ਪ੍ਰਸਾਦ ਪਰਮਗਤ ਭਾਵੈ ਜਿਹਦੀ ਉਸ ਦੀ ਕਿਰਪਾ ਨਾਲ ਹੀ ਤੈਨੂੰ ਕੇਵਲ ਮੁਕਤੀ ਦੀ ਪ੍ਰਾਪਤੀ ਹੋਣੀ ਹੈ ਇਹ ਪ੍ਰਸਾਦ ਸੁਖ ਸਹਿਜ ਸਮਾਵੈ ਜਿਹਦੀ ਕਿਰਪਾ ਨਾਲ ਉਸ ਦੀ ਕਿਰਪਾ ਨਾਲ ਹੀ ਇਨਸਾਨ ਸੁਖੀ ਵਸਦਾ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਇਹ ਮਨ ਤੂੰ ਇਹੋ ਜਿਹਾ ਪ੍ਰਭੂ ਇੰਨੇ ਜਿਹੜੇ ਸੁੱਖ ਆਰਾਮ ਜਿਹਨੇ ਦਿੱਤੀ ਆ ਮਾਨਸ ਦੇ ਹੀ ਦਿੱਤੀ ਆ ਉਸ ਨੂੰ ਤਿਆਗ ਕੇ ਤੇ ਹੋਰ ਕਾਹਦੇ ਵਿੱਚ ਕਿਉਂ ਲੱਗਾ ਗੁਰ ਪ੍ਰਸਾਦ ਨਾਨਕ ਮਨ ਜਾਗੋ ਗੁਰੂ ਦੀ ਪ੍ਰਸਾਦ ਨਾਮ ਕਿਰਪਾ ਨਾਲ ਤੂੰ ਜਾਗਣਾ ਕਰ ਇਨਸਾਨ ਸੁੱਤਾ ਵਾ ਸਾਰੇ ਲੋਕ ਸੁੱਤੇ ਆ ਜਿਹੜੇ ਸਿਮਰਨ ਨਹੀਂ ਕਰਦੇ ਚੰਗਾ ਕੰਮ ਨਾ ਕਰੇ ਕੋਈ ਉਹ ਸੁੱਤਾ ਹੀ ਹੈ ਇੱਕ ਤਰ੍ਹਾਂ ਦਾ ਜਿਹਨੂੰ ਕੋਈ ਪਤਾ ਨਹੀਂ ਇੱਕ 84 ਲੱਖ ਜੂਨ ਵਿੱਚੋਂ ਮਾਨਸ ਦੇ ਹੀ ਹੈ ਜਿਹੜਾ ਆਪਣਾ ਆਪ ਸਮਝ ਸਕਦਾ ਵੀ ਮੈਨੂੰ ਕੀ ਕਰਨਾ ਚਾਹੀਦਾ ਤੇ ਕੀ ਛੱਡਣਾ ਚਾਹੀਦਾ ਇਸ ਲਈ ਤੂੰ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੇ ਜਾਗਣਾ ਜਾਨੀ ਹਰੀ ਦੀ ਕੀਰਤੀ ਵਿੱਚ ਹਰ ਕੀਰਤਨ ਮੇ ਜਾਗਣਾ ਕੀਰਤਨ ਕਥਾ ਜਿਹੜੀ ਸਰਵਣ ਕਰਨੀ ਹੈ ਇਹ ਇੱਕ ਜਾਗਣਾ ਇਹ ਪ੍ਰਸਾਦ ਤੋਂ ਪ੍ਰਗਟ ਸੰਸਾਰ ਜਿਹਦੀ ਕਿਰਪਾ ਨਾਲ ਤੇਰਾ ਪ੍ਰਤਾਪ ਹੈ ਤੇਰੀ ਇੱਜ਼ਤ ਮਾਣ ਹੈ ਸੰਸਾਰ ਵਿੱਚ
ਤਿਸ ਪ੍ਰਭ ਕੋ ਮੂਲ ਨ ਮਨੋ ਉਹਨੂੰ ਕਦਾਚਿਤ ਵੀ ਤੂੰ ਮਨ ਤੋਂ ਵਿਸਾਰਨਾ ਨਾ ਕਰ, ਹਮੇਸ਼ਾ ਉਸ ਦਾ ਧਿਆਨ ਯਾਦ ਰੱਖ। ਜੇ ਪ੍ਰਸਾਦ ਤੇਰਾ ਪ੍ਰਤਾਪ ਜਿਹਦੀ ਕਿਰਪਾ ਨਾਲ ਤੇਰਾ ਪ੍ਰਤਾਪ ਸੰਸਾਰ ਦੇ ਹੈ। ਰੇ ਮਨ ਮੂਲ ਤੂੰ ਤਾ ਕੋ ਜਾਪ ਹੇ ਮਨ ਮੂਰਖਾ, ਉਸ ਨੂੰ ਹਮੇਸ਼ਾ ਹੀ ਜਪਣਾ ਕਰ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਜਿਹਦੀ ਕਿਰਪਾ ਨਾਲ ਤੇਰੇ ਸਾਰੇ ਕਾਰਜ ਪੂਰੇ ਹੁੰਦੇ ਆ। ਤਿਸੇ ਜਾਨ ਮਨ ਸਦਾ ਹਜੂਰੇ ਉਸ ਨੂੰ ਹਮੇਸ਼ਾ ਹਾਜ਼ਰਾ ਹਜ਼ੂਰ ਸਮਝ। ਇੱਥੇ ਵੀ ਜਲਾਂ ਵਿੱਚ ਵੀ ਵਾਹਿਗੁਰੂ ਆ, ਥਲਾਂ ਵਿੱਚ ਵੀ ਵਾਹਿਗੁਰੂ ਆ, ਆਕਾਸ਼ ਵਿੱਚ ਵੀ ਵਾਹਿਗੁਰੂ ਆ, ਸਾਰੇ ਪਾਸੇ ਵਾਹਿਗੁਰੂ ਵਾਹਿਗੁਰੂ ਹੈ। ਜੇ ਪ੍ਰਸਾਦ ਤੂੰ ਨਿਭਾਵੇ ਸਾਚ ਜਿਹਦੀ ਕਿਰਪਾ ਨਾਲ ਤੈਨੂੰ ਸੱਚ ਪਾਉਂਦਾ, ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਉਸ ਦੇ ਵਿੱਚ ਹੀ ਤੂੰ ਰਚਨਾ ਕਰ, ਹੋਰ ਨਾ ਫਸ। ਜੇ ਪ੍ਰਸਾਦ ਸਭ ਕੀ ਗਤ ਹੋਏ ਜਿਹਦੀ ਕਿਰਪਾ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ। ਨਾਨਕ ਜਾਪ ਜਪੇ ਜਪ ਸੋਏ ਵੀ ਉਸ ਦਾ ਤੂੰ ਜਪਣਾ, ਉਸ ਦਾ ਤੂੰ ਜਾਪ, ਕਹਿੰਦੇ ਮਹਾਰਾਜ ਜਪੀਏ ਕਿਹਨੂੰ, ਕਹਿੰਦੇ ਜਿਹਦੀ ਕਿਰਪਾ ਨਾਲ ਤੈਨੂੰ ਸਾਰਿਆਂ ਨੂੰ ਗਤੀ ਪ੍ਰਾਪਤ ਹੁੰਦੀ ਹੈ, ਉਸ ਦਾ ਜਾਪ ਸੌਣ ਲੱਗਿਆਂ ਵੀ ਕਰੋ, ਉੱਠਣ ਲੱਗਿਆਂ ਵੀ ਕਰੋ, ਜਿੰਨਾ ਵੀ ਹੋ ਸਕਦਾ ਖਾਣ ਪੀਣ ਲੱਗਿਆਂ ਵੀ ਕਰੋ। ਕਦੀ ਕਦੀ ਸਤਨਾਮ ਵਾਹਿਗੁਰੂ ਆਖੋ ਤੇ ਉਹ ਉਸ ਦਾ ਵੀ ਤੁਸੀਂ ਜਸ ਗਾਉਣਾ ਕਰੋ। ਆਪ ਜਪਾਏ ਜਪੇ ਸੋ ਨਾਉ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਆਪ ਹੀ ਜਪਾ ਸਾਰਿਆਂ ਨੂੰ ਕਿਰਪਾ ਕਰਕੇ ਨਾਮ। ਆਪ ਗਵਾਏ ਸੋ ਹਰ ਗੁਣ ਗਾਓ ਜੇ ਆਪਣਾ ਆਪ ਗਵਾ ਕੇ ਮਤਲਬ ਹਰੀ ਦੇ ਗੁਣ ਗਾਓਗੇ ਤੇ ਤਾਂ ਉਹਦਾ ਫਾਇਦਾ ਆ। ਜਿਹੜਾ ਆਪਣਾ ਆਪ ਛੱਡ ਕੇ, ਹੰਕਾਰ ਨੂੰ ਛੱਡ ਕੇ ਜਿਹੜਾ ਵਾਹਿਗੁਰੂ ਦਾ ਜਸ ਗਾਏਗਾ ਉਹਦਾ ਫਾਇਦਾ ਹੈ, ਕੋਈ ਵੀ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੀ ਕਿਰਪਾ ਨਾਲ ਹੀ ਇਹ ਜਿਹੜਾ ਮਨ ਵਿੱਚ ਨਾਮ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭੂ ਦੀ ਕਿਰਪਾ ਨਾਲ ਹੀ ਹਿਰਦੇ ਵਿੱਚ ਨਾਮ ਦਾ ਪ੍ਰਵੇਸ਼ ਹੁੰਦਾ ਹੈ। ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਜਿਹਦੇ ਤੇ ਕਿਰਪਾ ਹੋਵੇ ਸੱਚੇ ਪਾਤਸ਼ਾਹ ਦੀ, ਉਸ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਪ੍ਰਵੇਸ਼ ਹੁੰਦਾ ਹੈ। ਪ੍ਰਭ ਦਇਆ ਤੇ ਮਤ ਉਤਮ ਹੋਏ ਪ੍ਰਭੂ ਦੀ ਦਇਆ ਤੇ ਪ੍ਰਭੂ ਦੀ ਕਿਰਪਾ ਨਾਲ ਹੀ ਉੱਤਮ ਮਤ ਦੀ ਪ੍ਰਾਪਤੀ ਹੁੰਦੀ ਹੈ, ਚੰਗੀ ਮਤ ਮਿਲਦੀ ਹੈ। ਸਰਨ ਨਿਦਾਨ ਪ੍ਰਭ ਤੇਰੀ ਮਿਆ ਇਹ ਵਾਹਿਗੁਰੂ ਸਾਰੀਆਂ ਨਿਧੀਆਂ ਦੇ ਖਜ਼ਾਨੇ, ਇਹ ਸਾਰੀ ਤੇਰੀ ਕਿਰਪਾ ਹੀ ਹੈ। ਆਪੋ ਕਛੂ ਨਾ ਕਿਨਹੂ ਲਿਆ ਆਪਣਾ ਆਪ ਜਿੰਨਾ ਮਰਜੀ ਕੋਈ ਸਿਆਣਾ ਬਣੇ, ਪਰ ਉਹਨੂੰ ਪ੍ਰਾਪਤੀ ਨਹੀਂ ਹੁੰਦੀ ਜਿੰਨਾ ਚਿਰ ਰੱਬ ਦੀ ਕਿਰਪਾ, ਸੰਗਤ ਦੀ ਕਿਰਪਾ ਨਾ ਹੋਵੇ। ਜਿਤ ਜਿਤ ਲਾਓ ਤਿਤ ਲਾਗੇ ਹਰਨਾਥ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਤੂੰ ਲਾਇਆ ਉੱਥੇ ਇਨਸਾਨ ਲੱਗਾ। ਕਈ ਬੰਦੇ ਸਾਰੀ ਉਮਰ ਉਦਾਂ ਹੀ ਲੰਘ ਜਾਂਦੀ ਹੈ ਤੇ ਕਈਆਂ ਨੂੰ ਸੱਚੇ ਪਾਤਸ਼ਾਹ ਤੂੰ ਚੰਗੇ ਪਾਸੇ ਲਾਇਆ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰਾ ਕਰੋ, ਚੰਗੇ ਪਾਸੇ ਲਾਇਓ। ਨਾਨਕ ਇਨਕੇ ਕਛੂ ਨਾ ਇਹਨਾਂ ਜੀਵਾਂ ਦੇ ਹੱਥ ਵਿਚਾਰਿਆਂ ਦੇ ਕੀ ਆ, ਕੁਛ ਵੀ ਨਹੀਂ। ਸ਼ਲੋਕ ਅਗਵੇਂ ਗਾਤ ਪਰਮ ਸੋਏ ਹਾਂ, ਉਹਦਾ ਪਾਠ ਕਰ ਲਓ। ਸ਼ਲੋਕ ਅਗਵੇਂ ਗਾਤ ਪਰਮ ਸੋਏ ਜੋ ਜੋ ਕੇ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਅਚਰਜ ਕਥਾ ਅਸਤਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਮੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰ ਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੇਨ ਸਾਧ ਕੇ ਸੰਗ ਨਾ ਕਥੂ ਤਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸੰਗੀਤ ਸਾਧੂ ਕੇ ਸੰਗ ਮਹਾ ਪੁਨੀਤ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧ ਕੇ ਸੰਗ ਨਾ ਦੀਗਾ ਪੈਰ ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪ੍ਰਮਾਨੰਦਾ ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੇ ਸੰਗ ਨ ਕਹੂੰ ਤਾਵੈ
सदा सुख पावे साध संग वस्त गोचर लहे साधु के संग अजर सहे साधु के संग बसे थान ऊंचे साधु के संग महल पहुँचे साधु के संग तहे सब धर्म साधु के संग केवल पार ब्रह्म साधु के संग पाए नाम निदान नानक साधु के कुर्बान साधु के संग सब कुल उतारे साधु संग साजन मीत प्रथम विस्तारे साधु के संग सो फल पावे जिस तन ते सब को बरसावे साधु संग धर्म राय करे सेवा साधु के संग शोभा सुर देवा साधु के संग पाप लायन साधु संग अमृत गुण गायन साधु के संग श्रद्धान गम नानक साधु के संग सब जन्म गुरुद्वारा ਸਾਹਿਬ ਤੋਂ ਆ ਗਏ जी ਅੱਛਾ हो गया जी सोमवार अपना ਅੱਛਾ ਲੰਗਰ ਦਾ लंगर भी होगा हाँ ਚਲੋ ਇਹ ਵਧੀਆ ਹੋ ਗਿਆ ਜੀ ठीक लगे होगा ਠੀਕ ਆ ਜੀ साध के संग नहीं कछ काल दर्शन पेट होत निहाल साध के संग करो गत हरे साध के संग नरक पर हरे साध के संग इया हुआ सोहेला साध संग कृष्ण हर मेला जो इच्छे सोई फल पावे साध के संग न बिरथा जावे पार ब्रह्म साध रत बसे नानक उदरे साध सुन रसे साध संग सुनो हर नाओ साध संग हर के गुण गाओ साध के संग न मन ते विसरे साध संग सर पर निस्तरे साध के संग लगे ब्रह्म मीठा साधु के संग गड़ दीठा साध संग के आज्ञाकारी साध संगत प्रिय हमारी लाइट साध के संग मिटे सब रोग नाम साध मिटे संजोग साध में भेद न जाने बस ठीक है। साध किया ने साध की उम्र गुण ते दूर साध की उम्र ही भरपूर साध की शोभा का नाही अंत साध की शोभा सदा बेअंत साध की शोभा ऊंचते ऊंची साध की शोभा मूंचते मूंची साध की शोभा साध बन आई नानक साध प्रभु भेद ना पाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਤ ਸੁਣਾਉਂ ਚ ਹਾਂਜੀ ਨਾਲੇ ਮੈਂ ਚੱਲੂ ਨਹੀਂ ਕੋਈ ਨਹੀਂ ਠੀਕ ਹੈ ਹੁਣ ਇਹ ਨਾਲੇ ਕਿਦਾਂ ਹੁਣ ਪ੍ਰੋਗਰਾਮ ਹੁਣ ਆ ਗਏ ਇੱਥੇ ਕਿ ਜੀ ਹੁਣੀ ਅਵਤਾਰ ਸਿੰਘ ਨੂੰ ਟੈਲੀਫੋਨ ਆਇਆ ਸੀਗਾ ਹਾਂ ਤੇ ਮੈਂ ਕਿਹਾ ਜੇ ਤਾਂ 5-10 ਮਿੰਟ ਬਾਬਾ ਜੀ ਇਹ ਇਹਨਾਂ ਦੀ ਵੱਡੀ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਬੱਚੇ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਜੀ ਤੇ ਉਹ ਆਇਆ ਸੀ ਤੇ ਮੈਂ ਕਿਹਾ ਜੇ ਤਾਂ 10-15 ਮਿੰਟ 'ਚ ਪਹੁੰਚ ਸਕਦੇ ਤਾਂ ਆ ਜਾਓ ਨਹੀਂ ਤਾਂ ਲੈ ਲਾਂਗੇ ਉਹ ਕਹਿੰਦੇ ਮੈਂ ਟੈਕਸੀ ਕਰਕੇ ਆ ਜਾਊਂਗਾ ਤੇ ਮੈਂ ਕਿਹਾ ਯਾਰ ਦੱਸ ਦਿਓ ਕਿੱਥੇ ਹੈਗੇ मेरा ਅਸੀਂ उधर जाना चाहिए ਉਹ ਪਰ ਮੈਨੂੰ ਤੁਹਾਡੇ ਆਂਦੇ ਨਹੀਂ ਪਤਾ ਮੈਂ ਕਿਹਾ ਜੇ ਤਾਂ 10 ਮਿੰਟ ਤੱਕ ਹੋਰ ਉਹ ਕੋਈ ਨਹੀਂ ਉਹਨੇ ਆ ਹੀ ਜਾਣਾ चलो फिर 10 मिनट और निकलना ਇਹ ਬਸ ਉਹ ਆ ਹੀ ਬਾਬਾ ਜੀ ਚਾਹ ਬਣਾ ਲਈਏ ਹੈਂ? ਚਾਹ ਪੀ बहुत ਲਈਏ तो ਜਾਂਦੇ ਆ ਕੋਟ ਪਾ ਕੋਟ ਪਾ ਪਹਿਲਾਂ ਹਾਂ Thank you.
ਉਹ ਕਿੱਥੇ ਗਏ ਇੱਧਰ ਆਓ ਬਾਹਰ जितने पुराने भारत शिप आते या नवे बनाते हैं ना लड़ाई वाले वो सारे इनके बनाते हैं किनारा भी है नाल मतलब इन्होंने गार्डन जा बनाया है ਅੱਛਾ कोई चढ़ के गया बच्चे ने खाया ਸਾਰਿਆਂ ਨੇ ਇੱਥੇ ਆ ਜਾਣਾ ਸੀਗਾ ਆ ਜਾਓ थोड़े से नेड़े हो आने फिर जी फोटो संग ला दो कहते हैं आ जाओ ਇਹ ਠੀਕ ਹੈ Why not on? एक और कर ਥੋੜਾ ਇੱਧਰ ਲੈ तो ठीक है हां दैट्स इट या फिर नेड़े आ रहा है ਇਹ ਯਾਰ ਇਦਾਂ ਨਹੀਂ पूरी ਪਤਾ आ पूरी आ पूरी हां तो देखो पूरी आ रहा है पूरी आ रहा वो ऐसा के खड़े करना जरा फोटो तो ना इनमें सिर्फ नहीं हो रही ਬਾਹਰ ਹੁੰਦਾ ਨਾਲ ਜਿਹੜੀ ਫੋਟੋ ਵਿੱਚ ਬੰਦੇ ਦਾ ਲਿਖਿਆ ਹੈਗਾ ਮੈਨੂੰ ਉਹਦਾ महाराज जी बाबा जी लगे टिकट में तो आओ देता वैसे हाथ नहीं ऐसा नहीं तो पास ਅੱਛਾ ਜੀ एक जगह की कहना है ना नहीं तो उससे खड़े होंगे तेल का नाले करना नहीं रखा तेल का खड़ा होकर लिया कर फोटो आखिर कैमरा सारा ही मैं ये गलती नहीं बननी ये सारे टीवी तो पे नहीं है वो आप जिनका पूरा खड़ा होना वो तो फोटो खींचा कर आप ना हिलिया कर जब आप फिर रो अभी तुरते हैं ठीक है
ਸਾਰੇ ਆ ਜਾਓ ਬੱਚੋ ਕੋਈ ਨਾ ਸੌਕੀ ਕਰ ਆ ਜਾਓ ਆ ਜਾਂਦਾ ਬੱਚਾ ਨੂੰ ਇਹ ਜਹਾਜ਼ ਛੇਟਾਂ ਨੂੰ ਦੇਖਦਾ ਉਹਨਾਂ ਵੀ ਠੀਕ ਹੀ ਖੜੇ ਕਿ ਇਹਦੇ ਹੀ ਕਿੱਥੇ ਗਏ फार्म में जिले रहते हैं वे तो फार्म से जाना होता है चार किता जाके उड़ गए होते ये मेरे को पारो चल ये इधर पौनियां हो इधर उधर चला देखिए ये मैक्सिमम जूम So it's on the west coast, no? Sweden, मतलब hardly. लेकिन तो 50 किलोमीटर है ना? बस ये? Goodness. ਨਹੀਂ ਪੌੜੀ ਦਾ ਪਾਣੀ ਜੇ ਜਾਣਾ ਤਾਂ ਇੱਥੋਂ ਦੀ ਚੱਲਦੇ I think if any of the younger people go over there's right, there's a hotel. Ryland, okay, well, Salt Point's not too far from Ryland. Theo, jetzt gehen wir da weg. Nein, es steht der Devil. We don't want everyone's picture. Jeder geht alle drauf, gell? Der viel groß ist. Ja, da drunter, das sagt das Video. Du hast früher besser seinen Kopf da rausgezeigt. Ah, Peter. Peter, was tust du da vorne? Hey, Peter, was tust du denn da? Ja, da hab ich die da an drum, oder? Jetzt geht was weg, du. Kommt der nächste Neger. Das wäre der Libus. Der ist von oben besser. Ich hätte den auf dir warten. Ich hoffe, der haut ins Wasser. Nee, Mann!
Hoffentlich haut es ins Wasser. Hallo! Victoria. Das ist ja Fußweg. मम्मा पानी का साथ चंगा ना ਸਵੇਰੇ 9 ਵਜੇ ਪਹੁੰਚਣਾ ਨਾਰਮਲ 5 ਵਜੇ ਚੱਲਦਾ 9 ਵਜੇ ਉੱਤੇ ਆ ਓਸਲੋ ਨਹੀਂ ਕੋਈ ਨਹੀਂ ਸਭ ਨੂੰ ਆ ਲੈਣ ਦੋ ਮੇਰਾ ਖਿਆਲ ਨਹੀਂ ਹੈ ਸੋ ਸਾਡੀ ਚਰਨ ਬੇਨਤੀ ਹੈ ਜੋ ਸੰਗਤ ਨੂੰ ਆਪਣੇ ਦਰਸ਼ਨ ਕਰਨਗੇ ਉਹਨਾਂ ਨੂੰ ਪਿਆਰ ਸੁਣੇ ਹਨ ਕਿਉਂਕਿ ਉਹ ਉਹਨਾਂ ਦਾ ਸਾਰਾ ਜੀਵਨ ਹੀ ਇਸ ਪੰਥਕ ਸਮਾਗਮਾਂ ਵਿੱਚ ਪੰਥਕ ਘੋਲ ਦੇ ਵਿੱਚ ਪੰਥ ਜਦੋਂ ਅੱਜ ਨਿਕਲਿਆ ਹੈ ਉਹ ਆਪਣੇ ਦੱਸਦੇ ਨੇ ਕਿ ਜਿਵੇਂ ਜਿਵੇਂ ਬਾਹਰ ਦੇਸ਼ਾਂ 'ਚ ਗਏ ਨੇ ਕਿਵੇਂ ਕਿਵੇਂ ਮਿਲੇ ਕਿਵੇਂ ਕਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਸੰਘਰਸ਼ ਦੇ ਵਿੱਚ ਹਰ ਹਿੱਸਾ ਪਾਇਆ ਬਾਹਰ ਦੇਸ਼ਾਂ ਵਿੱਚ ਕਿਵੇਂ ਕਿਵੇਂ ਉਹਨਾਂ ਨੇ ਕੋ ਕੀ ਕੀਤਾ ਉਹ ਵੀ ਥੋੜ੍ਹੀ ਦੇਰ ਵਾਸਤੇ ਆਪਣੇ ਚਾਹਣ ਨਹੀਂ ਕਰਨਾ ਚਾਹੁੰਦੇ ਨੇ ਕਿਉਂਕਿ ਜੋ ਇਸ ਵੇਲੇ ਸਮਾਂ ਹੈ ਉਸ ਸਮੇਂ ਦੇ ਵਿੱਚ ਸਾਨੂੰ ਸਾਰੇ ਸਿੱਖਾਂ ਨੂੰ ਰੋਲ ਹੋਣਾ ਚਾਹੀਦਾ ਹੈ ਸਾਡੇ ਵਿਚਾਰ ਰੁਕ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਵੇਲੇ ਪੰਥ ਨੂੰ ਲੋੜ ਹੈ ਸੋ ਪਹਿਲਾਂ ਸਾਂਝੀ ਗੱਲ ਸੁਣਾਂਗੇ ਸਤਨਾਮ 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 ਜੀ ਵਾਹਿਗੁਰੂ
तुद आगे अरदास हमारी। जियो पिंड सब तेरा, को नानक सब तेरी वड्याई, कोई नाम न जाने मेरा। दंडोत वंदन
जन्म बिछड़े ते माधो, बहुत जन्म बिछड़े ते माधो, ये जन्म तुम्हारे लिखे, कह रविदास आस लग जीवा, चिर भयो दर्शन देखे, फिरत फिरत भवे आया, फिरत फिरत भवे आया, परया तो झरना, परया तो झरना, फिरत फिरत भवे आया, फिरत फिरत भवे आया, नानक की प्रभ दीन दी, नानक की प्रभ दीन नानक की प्रभ दीन दी, नानक की प्रभ दीन, अपनी भगति लाए, फिरत फिरत भवे आया, फिरत फिरत भवे आया, परया तो झरना, परया तो झरना, फिरत फिरत भवो, फिरत फिरत भवे आया, फिरत फिरत भवे आया, मेरी संगत पहुँच सोच दिन राती, मेरा कर्म कुटिलता जन्म कुभांति, राम गोसैया जी के जीवना, मोह न विसारो मैं जन तेरा, मेरी हरो विपत जन करो सभाई, शरण न छाड़ो शरीर कल जाए, अब रविदास करो तेरी सभा, भेग मिलो जन करना विलंबा, जय जय जाओ ता तेरी सेवा, तुम सो ठाकुर अवर न देवा, तुमरे भजन कटे जम खासा, भगत हेत गावे रविदासा, फिरत फिरत भवे आया, फिरत फिरत भवे आया, आया, परिया तो झरना, परिया तो
ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਾਜੀ ਨਵਾਜੀ ਖਿੜੀ ਫਰਵਾੜੀ ਅੰਮ੍ਰਿਤ ਪਿਆਰੀ ਗੁਰੂ ਰੂਪ ਗੁਰੂ ਸਾਧ ਸੰਗਤ ਗੁਰਦੇਵ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀ, ਗੁਰਦੇਵ ਦੀ ਜਿਹੜੀ ਫਤਿਹ ਹੈ ਉਹ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਕਾ ਸਿੱਖ ਜਦੋਂ ਵੀ ਕਿਸੇ ਗੁਰਸਿੱਖ ਨੂੰ ਮਿਲੇ ਤੇ ਪਹਿਲਾ ਫਤਿਹ ਜਦ ਭੇਟ ਕਰਦਾ ਉਸ ਵੱਲ ਸਾਹਿਬਾਂ ਦਾ ਮੁੱਖ ਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ, ਤੇ ਜਿਹੜਾ ਫਤਿਹ ਦਾ ਜਵਾਬ ਦਿੰਦਾ ਉਸ ਵੱਲ ਮਹਾਰਾਜ ਦਾ ਸੱਜਾ ਮੋਢਾ ਹੁੰਦਾ, ਤੇ ਜਿਹੜਾ ਕੁਛ ਫਤਿਹ ਬੁਲਾਉਣ ਤੋਂ ਆਲਸ ਕਰਦਾ ਉਸ ਵੱਲ ਸਾਹਿਬਾਂ ਦੀ ਪਿੱਠ ਹੁੰਦੀ ਹੈ, ਉਹ ਕਦੀ ਦਰਸ਼ਨ ਨਹੀਂ ਕਰ ਸਕਦਾ। ਤੇ ਖਾਲਸਾ ਵੀ ਗੁਰੂ ਦਾ ਤੇ ਫਤਿਹ ਵੀ ਗੁਰੂ ਦੀ। ਇਸ ਕਰਕੇ ਜਦੋਂ ਵੀ ਸਾਹਿਬਾਂ ਦੀ ਹਜ਼ੂਰੀ ਵਿੱਚ ਬੈਠੀਏ ਤੇ ਪਹਿਲਾ ਗੁਰਸਿੱਖ ਦਾ ਫਰਜ਼ ਹੈ, ਗੁਰਸਿੱਖ ਨੂੰ ਇਹ ਹੁਕਮ ਹੈ ਕਿ ਫਤਿਹ ਬੁਲਾਉਣੀ। ਇਸ ਲਈ ਗੱਜ ਵੱਜ ਕੇ ਬੀਬੀਆਂ ਭੈਣਾਂ ਗੁਰੂ ਕੇ ਸਿੱਖ ਬੱਚੇ ਸਭ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਔਰ ਬੱਚਿਆਂ ਨੂੰ ਵੀ ਬੇਨਤੀ ਹੈ, ਸਭ ਨੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ, ਸਤਨਾਮ ਵਾਹਿਗੁਰੂ ਬੋਲਣਾ। ਕੇਵਲ ਇਹ ਨਹੀਂ ਹੋਵੇਗਾ ਕਿ ਤੁਹਾਨੂੰ ਹਰ ਟਾਈਮ ਹਰ ਵਕਤ ਇਹ ਬੇਨਤੀ ਕੀਤੀ ਜਾਏ ਭਈ ਤੁਸੀਂ ਚੁੱਪ ਕਰੋ ਜਾਂ ਗੱਲਬਾਤ ਨਾ ਕਰਿਓ ਤੇ ਜਾਂ ਤੁਸੀਂ ਸ਼ਬਦ ਨਾਲ ਪਿਆਰ ਬੋਲੋ। ਇਹ ਤਾਂ ਤੁਹਾਨੂੰ ਆਪ ਹੀ ਪਤਾ ਭਈ ਗੁਰਬਾਣੀ ਪੜ੍ਹਨੀ ਆ, ਗੁਰਬਾਣੀ ਸੁਣਨੀ ਆ, ਗੁਰਬਾਣੀ ਦਾ ਅਦਬ ਸਨਮਾਨ ਕਰਨਾ, ਜਿਸ ਤਰ੍ਹਾਂ ਛੇਵੀਂ ਪਾਤਸ਼ਾਹੀ ਧੰਨ ਗੁਰੂ ਮੀਰੀ ਪੀਰੀ ਦੇ ਮਾਲਕ ਦੋ ਜਹਾਨ ਵਾਲੀ ਹਰਗੋਬਿੰਦ ਸਾਹਿਬ ਨੇ ਕੀਤਾ ਸੀ। ਉਹਨਾਂ ਨੇ ਗੁਰਬਾਣੀ ਤੋਂ ਖੁਸ਼ ਹੋ ਕੇ ਗੁਰਬਾਣੀ ਸੁਣ ਕੇ ਜਪਜੀ ਸਾਹਿਬ ਜੀ ਦਾ ਪਾਠ ਸਰਵਣ ਕਰਕੇ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਜਿਹੜੀ ਸੀ ਉਹ ਹੀ ਸਿੱਖ ਨੂੰ ਦੇਣੀ ਚਾਹੀ ਸੀ। ਉਹ ਕਹਿੰਦੇ ਸੀ ਸਾਡੇ ਕੋਲ ਕਿਹੜੀ ਚੀਜ਼ ਹੋਵੇ, ਕਿਹੜੀ ਵਸਤੂ ਹੋਵੇ, ਕਿਹੜਾ ਇਹੋ ਜਿਹਾ ਪਦਾਰਥ ਹੋਵੇ ਜਿਹੜਾ ਅਸੀਂ ਦੇ ਦਈਏ। ਪਰ ਸਾਰੇ ਪਾਸੇ ਜਦੋਂ ਮਹਾਰਾਜ ਨੇ ਨਿਗਾਹ ਮਾਰੀ ਤੇ ਸਭ ਤੋਂ ਉੱਚੀ, ਸਭ ਤੋਂ ਸੁੱਚੀ, ਸਭ ਤੋਂ ਪਵਿੱਤਰ ਗੁਰੂ ਨਾਨਕ ਸਾਹਿਬ ਦੀ ਗੱਦੀ ਸੀ, ਜਿਹਨੂੰ ਸਾਰਾ ਸੰਸਾਰ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਾਲੇ ਵੀ ਜਿਨ੍ਹਾਂ ਨੂੰ ਨਹੀਂ ਸੀ ਹੁਣ ਪਤਾ, ਉਹਨਾਂ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਜੋ ਗੁਰੂ ਨਾਨਕ ਸਾਹਿਬ ਕਹਿ ਗਏ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹ ਬਚਨ ਬਿਲਕੁਲ ਸੱਚੇ ਆ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਅਸੀਂ ਜਪਜੀ ਸਾਹਿਬ ਦਾ ਪਾਠ ਇਹਨੇ ਗੁਰੂ ਕੇ ਸਿੱਖ ਨੇ ਬਹੁਤ ਸ਼ੁੱਧ ਸਰਵਣ ਕਰਵਾਇਆ, ਬਹੁਤ ਸ਼ੁੱਧ ਕੀਤਾ, ਤੇ ਸਾਡੇ ਕੋਲ ਕੋਈ ਹੋਰ ਚੀਜ਼ ਹੀ ਨਹੀਂ ਇਸ ਦੇ ਬਦਲੇ ਦੇਣ ਲਈ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਦਈਏ। ਚਲੋ ਕਰਮੀ ਆਪੋ ਆਪਣੀ ਕਿਨੜੇ ਕਦੂਰ ਕਰਮਾਂ ਦੇ ਅਨੁਸਾਰ ਗੁਰੂ ਕੇ ਸਿੱਖ ਦਾ ਮਨ ਜਿਹੜਾ ਸੀ ਉਹ ਵਸਤੂ ਉਸਨੇ ਕਿਹਾ ਕਿ ਮੈਨੂੰ ਫਲਾਣਾ ਜਿਹੜਾ 5 ਘੋੜਿਆਂ ਦੇ ਵਿੱਚੋਂ ਇੱਕ ਘੋੜਾ ਮਹਾਰਾਜ ਕੋਲ ਬਾਕੀ ਬਚਦਾ ਸੀ ਉਹ ਦੇ ਦੇਣ ਤੇ ਬਹੁਤ ਚੰਗਾ ਆ। ਮਹਾਰਾਜ ਨੇ ਸੋਨੇ ਦੀ ਕਾਠੀ ਫਿਰ ਪਵਾ ਕੇ ਦਿੱਤੀ। ਔਰ ਇੱਥੇ ਬਸ ਨਹੀਂ, ਜਦੋਂ ਥੋੜਾ ਪਾਠ ਰਹਿੰਦਾ ਸੀ ਤੇ ਸੱਚੇ ਪਾਤਸ਼ਾਹ ਗੱਦੀ ਤੋਂ ਲਾਂਭੇ ਹੋਣਾ ਸ਼ੁਰੂ ਕਰ ਦਿੱਤਾ। ਉਹ ਗੁਰੂ ਕੇ ਸਿੱਖ ਦੇ ਮਨ ਵਿੱਚ ਸਿੰਸਾ ਹੋ ਗਿਆ, ਖਰੇ ਮੈਂ ਪਾਠ ਕਰਦੇ ਹੀ ਰਹਿ ਜਾਣਾ ਤੇ ਗੁਰੂ ਸਾਹਿਬ ਨੇ ਉਦਾਂ ਹੀ ਉੱਠ ਕੇ ਚੱਲ ਜਾਣਾ, ਮੈਨੂੰ ਕੋਈ ਚੀਜ਼ ਦੇਣੀ ਨਹੀਂ। ਕਹਿਣ ਦਾ ਮਤਲਬ ਕਦ ਤੱਕ ਕਰਮ ਕਮਾਵਣੇ ਦੋਸ ਨਾ ਕਾਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੁਖਬੇ ਰੋਗ। ਕਰਮ ਆਪੋ ਆਪਣੇ ਹੈ, ਜੇ ਨਹੀਂ ਸੀ ਉਹਨਾਂ ਦੇ ਭਾਗਾਂ 'ਚ ਤਾਂ ਠੀਕ ਹੈ। ਇਸ ਲਈ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਤੁਸੀਂ ਸੁਲਝੇ ਗੁਰਸਿੱਖ ਬੀਬੀਆਂ ਭੈਣਾਂ ਗੁਰੂ ਕੇ ਸਿੱਖ ਆਪਾਂ ਸੰਗਤ ਦੇ ਰੂਪ ਵਿੱਚ ਬੈਠੇ ਆ ਤੇ ਉਹਨਾਂ ਨੂੰ ਹਰ ਘੜੀ ਕਹਿਣਾ ਜਾਂ ਹਰ ਟਾਈਮ ਇਹ ਬਚਨ ਕਹਿਣਾ ਐਵੇਂ ਅਯੋਗ ਜਿਹਾ ਹੀ ਹੁੰਦਾ ਵੀ ਤੁਸੀਂ ਚੁੱਪ ਕਰੋ, ਰੌਲਾ ਨਾ ਪਾਇਓ, ਬੋਲਿਓ ਨਾ, ਗੱਲਾਂ ਨਾ ਕਰੋ। ਤੁਹਾਨੂੰ ਆਪ ਹੀ ਪਤਾ ਹੀ ਆ ਗੁਰਬਾਣੀ ਦੇ ਅਦਬ ਸਨਮਾਨ ਦਾ। ਇਸ ਲਈ ਸ਼ਬਦ ਸਰਵਣ ਕਰੋ,
ਤੇ ਇੱਕ ਵਾਰ ਪਿਆਰ ਨਾਲ ਫਿਰ ਗੁਰਦੇਵ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੇ ਇਹ ਸ਼ਬਦ ਦਾ ਸਿਮਰਨ ਕਰਨਾ ਤੇ ਗੁਰੂ ਦੀਆਂ ਹਾਜ਼ਰੀਆਂ ਲਵਾਉਣੀਆਂ, ਸਭ ਨੇ ਨਾਲ ਨਾਲ ਬੋਲਣਾ। ਉਜ ਬੀਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨੇ ਉਧਾਰਾ। ਉਜ ਬੀਨ ਕਵਨ ਹਮਾਰਾ ਮੇਰੇ ਪ੍ਰੀਤਮ
चरण पखाल करो गुर सेवा, बार जाओ लख वरिया। प्यार नाल आखो सतनाम। फिर प्यार नाल आखो जी सतनाम। चरण पखाल करो गुर सेवा। सेवा ਅਤੇ ਸਿਮਰਨ ਗੁਰਮਤਿ ਵਿੱਚ ਇਸ ਨੂੰ ਬਹੁਤ ਉੱਚਾ ਸੁੱਚਾ ਪਵਿੱਤਰ ਮੰਨਿਆ ਔਰ ਗੁਰਮਤਿ ਨੇ ਸੇਵਾ ਤੇ ਸਿਮਰਨ ਜਿਹੜਾ ਇਸ ਨੂੰ ਹੀ ਅਪਣਾਇਆ ਤੇ ਉੱਚਾ ਸਮਝਿਆ ਔਰ ਤਾਰਨ ਦਾ ਸਾਧਨ ਇਹ ਹੀ ਹੈ ਬਹੁਤ ਵੱਡਾ। सेवा ਅਤੇ सिमरन। सिमरन की है? पंजां बाणियां दा पाठ करना, ਅੰਮ੍ਰਿਤ ਛਕਣਾ, ਰਹਿਤ ਵਿੱਚ ਰਹਿਣਾ, गुरु की गल मननी ते साध संगत की सेवा करनी। एक बहुत गुरु के सिख का हर किसी का ही फर्ज परम ते धर्म है। चरण पखाल करो गुर सेवा, बाहर जाओ लख वरिया। लखां वार बलिहार ते कुर्बान असीं जांदे आ। धन गुरु अर्जन साहब सच्चे पातशाह कहंदे आ, जिहड़े सेवा करदे आ, सिमरन करदे आ। धन गुरु गोबिंद सिंह साहब सच्चे पातशाह ने एक बार बचन आख्या भई सानू प्यास लगी है, पानी चाहिदा, देह लगी है। बाहर किते जा रहे सी ते साहबा ने जदों एक बार पानी मंगया तो बहुत सारे कई बंदे जिहड़े सी वो पानी लैके आए ते एक गुरु का प्यारा होर सी वो भी पानी लैके आया। गुरु चरणा विच हर कोई जा सकदा, हर कोई सेवा कर सकदा और बाकी गुरु की खुशी पता नहीं कदों हो जानी है, किहड़े वेले हो जानी है। सेवा करना, सिमरन करना अपना परम धर्म बनता हर किसी का ही। उसने जदों पानी सच्चे पातशाह धन गुरु गोबिंद सिंह साहब सच्चे पातशाह नूं दिता पानी का गिलास, तो महाराज ने पानी डोल दिता। उसने सोचा कि मेरे को कोई पानी का गिलास जिहड़ा चंगी तरह ना लिया गया होगा, गिलास धोने वाला होगा, गिलास धोता ना होगा। उसने चंगी तरह गिलास धो के लिया। महाराज ने फिर डोल दिता, कहते पानी साडे पीण दे योग नहीं, असीं ये नहीं पीना पानी। फिर उसने पानी जदों लिया तो महाराज कहते भी तू कदी सेवा की है? वो कहता कि मैं तो पहली बार ही ये महाराज तुहानू पानी दिता, मेरे कपड़े फड़ाउण वाले होर आ, मेरे नौकर चाकर है, मैनू की जरूरत है सेवा करन दी। पर एक शास्त्र वाला शास्त्र च लिखते हैं कि जे दुखी सिमरन करदा तो वह दुख घटदा, ते जे सुखी सिमरन करे तो वह होर सुख वादे है। पर सुखी बंदा कई बार कहता भी मैनू की जरूरत पई है। कहना महाराज मैं तो कदी नहीं अपने आप कदी पानी भी नहीं पीता, वो भी पानी देने वाले भी होर है। महाराज कहते असीं पानी नहीं पीना। कहते महाराज फिर मेरा कदी किते मेरा भी मन आलसी ना हो जाए। असीं तां धर्म युद्ध जंग करने आ ते सिमरन करना, अंमृत वेले जागना ते होरनां नूं गुरु के सिखां नूं प्रेरणा देनी ते ये पानी पी के साडा मन आलसी ना हो जाए। साहिब गुरु नानक सच्चे पातशाह जिन्होंने ये बचन आख्या, ज्ञान ध्यान किश कर्म ना जाना, सार ना जाना तेरी, सब ते वड्डा सतगुरु नानक जिन कल राखी मेरी। गुरु नानक साहब नूं वड्डे तां बचन आख्या, सिद्धा ने भी ये बचन आख्या, सिद्ध बोलन शुभ बचन, धन नानक तेरी वड्डी कमाई, वड्डा पुरख प्रगटिया कल युग अंदर जोत जगाई। उन्होंने वड्डे इस करके आख्या, जिस तरह गुरु नानक साहब सच्चे पातशाह नाम रूपी जल हर किसी नूं छकाउंदे सी, जिहदे करके आधार हुंदा।
ਔਰ ਖੂਹ ਦੇ ਬਰਾਬਰ ਸੀ ਮਹਾਰਾਜ। ਜਿਸ ਤਰ੍ਹਾਂ ਸਮੁੰਦਰ ਦੇ ਬਰਾਬਰ ਸੀ ਕਹਿ ਲਓ, ਖੂਹ ਸੀ ਜਿਹਦੇ ਵਿੱਚੋਂ ਪਾਣੀ ਭਰ ਭਰ ਕੇ ਲੋਕ ਆਪਣੀ ਪਿਆਸ ਬੁਝਾਉਂਦੇ ਆ। ਖੂਹ ਜਿਹੜਾ ਉਹ ਇੱਕ ਥਾਂ ਹੀ ਰਹਿੰਦਾ, ਕਿਤੇ ਜਾ ਨਹੀਂ ਸਕਦਾ। ਧੰਨ ਗੁਰੂ ਨਾਨਕ ਸਾਹਿਬ ਨੇ ਜ਼ਰਰੇ ਜ਼ਰਰੇ 'ਚ ਔਰ ਕੋਨੇ ਕੋਨੇ 'ਚ ਜਾ ਕੇ, ਔਰ ਕਈ ਰਸਤੇ ਇਹੋ ਜਿਹੇ ਸੀ ਜਿੱਥੇ ਮਹਾਰਾਜ ਨੂੰ ਜੰਗਲ ਬਿਆਬਾਨ 'ਚ ਰਸਤੇ ਆਪ ਬਣਾਉਣੇ ਪੈਂਦੇ ਸੀਗੇ, ਕੱਟ ਕੱਟ ਕੇ ਲੱਕੜਾਂ ਤੇ ਕੰਡੇ ਇਤਾਦਿਕ ਹੋਰ ਵੀ ਜਿੱਥੇ ਰਾਹ ਆਪ ਬਣਾਉਣੇ ਪੈਂਦੇ ਸੀ, ਔਰ ਸਿਰਫ ਨਾਮ ਰੂਪੀ ਜਲ ਛਕਾਉਣ ਵਾਸਤੇ ਤੇ ਜੀਵ ਜੰਤੂਆਂ ਦਾ ਆਧਾਰ ਕਰਨ ਲਈ ਉੱਥੇ ਜਾਂਦੇ ਸੀ। ਉਹਨਾਂ ਨੂੰ ਇਸ ਕਰਕੇ ਇਹ ਬਚਨ ਆਖਿਆ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇੱਕ ਵਾਰ ਗੁਰੂ ਨਾਨਕ ਸਾਹਿਬ ਵੀ ਦੇਸਾਂ ਦਸਾਂਤਰਾਂ ਦਾ ਰਟਣ ਕਰਦੇ ਹੋਏ ਭਾਈ ਮਰਦਾਨਾ ਤੇ ਭਾਈ ਬਾਲਾ ਨਾਲ ਤੇ ਇੱਕ ਥਾਂ ਜਾ ਕੇ ਬੈਠ ਕੇ ਆਸਣ ਲਾ ਦਿੱਤਾ। ਮਾਰੇ ਕਹਿੰਦੇ ਮਰਦਾਨੇ ਰਬਾਬ ਕੋਲ ਬਾਣੀ ਆਈ ਹੈ। ਮਰਦਾਨੇ ਨੇ ਰਬਾਬ ਵਜਾਇਆ ਔਰ ਕੀਰਤਨ ਕੀਤਾ ਤੇ ਮਹਾਰਾਜ ਦੀ ਸਮਾਧੀ ਲੱਗ ਗਈ। ਸੱਚੇ ਪਾਤਸ਼ਾਹ ਦੀ ਸਮਾਧੀ ਲੱਗ ਗਈ ਬਾਣੀ 'ਚ ਔਰ ਮਨ ਜੁੜ ਗਿਆ। ਤੇ ਮਰਦਾਨੇ ਨੇ ਇੱਕ ਅਚਰਜ ਜਿਹਾ ਖੇਲ ਤੱਕਿਆ, ਇੱਕ ਬਘਿਆੜ ਆਇਆ ਤੇ ਉੱਥੇ ਇੱਕ ਮੁਰਦਾ ਪਿਆ। ਉਹਦੇ ਪੈਰਾਂ ਨੂੰ ਵੇਖ ਕੇ ਸੁੰਘ ਕੇ ਤੇ ਉਹ ਫਿਰ ਉਹਨੇ ਹੱਥ ਵੀ ਸੁੰਘੇ ਤੇ ਸਿਰ ਵੱਲੋਂ ਵੀ ਸੁੰਘਿਆ ਤੇ ਵਾਪਸ ਚਲੇ ਗਿਆ। ਔਰ ਫਿਰ ਉਹਨੇ ਵੇਖਿਆ ਪਰ ਫਿਰ ਵੀ ਉਦਾਂ ਹੀ ਖਾਲੀ ਚਲ ਗਿਆ। ਉਸਨੇ ਉਸ ਨੂੰ ਗ੍ਰਹਿਣ ਨਹੀਂ ਕੀਤਾ। ਉਹਦਾ ਭਾਵੇਂ ਆਹਾਰ ਸੀ, ਜੀਆਂ ਕਾ ਆਹਾਰ ਜੀ, ਉਹਦਾ ਇਹ ਆਹਾਰ ਸੀ, ਪਰ ਫਿਰ ਵੀ ਉਹਨੇ ਖਾਧਾ ਨਹੀਂ। ਇਹ ਮਰਦਾਨੇ ਨੇ ਜਦੋਂ ਕੌਤਕ ਤੱਕਿਆ ਤੇ ਮਹਾਰਾਜ ਫਿਰ ਜਦੋਂ ਸਮਾਧੀ ਤੋਂ ਉੱਠੇ ਵਿਹਲੇ ਹੋਏ ਤੇ ਮਰਦਾਨੇ ਨੇ ਕਿਹਾ, ਮਹਾਰਾਜ ਇੱਕ ਬੇਨਤੀ ਹੈ। ਕਹਿੰਦੇ ਕਰ। ਕਹਿੰਦੇ ਮਹਾਰਾਜ ਇੱਕ ਬਘਿਆੜ ਆਇਆ ਸੀ ਤੇ ਉਹ ਮ੍ਰਿਤਕ ਲੋਥ ਪਈ ਹੈ, ਉਹਦੀ ਖੁਰਾਕ ਇਹ ਹੈ, ਪਰ ਉਹਨੇ ਪਹਿਲਾਂ ਉਦਾਂ ਹੀ ਵੇਖ ਕੇ ਚਲੇ ਗਿਆ ਤੇ ਫਿਰ ਉਸਨੇ ਪੈਰਾਂ ਵੱਲੋਂ ਸੁੰਘਿਆ, ਉਧਰੋਂ ਵੀ ਨਹੀਂ ਖਾਧਾ, ਹੱਥ ਸੁੰਘੇ ਉਧਰੋਂ ਵੀ ਨਹੀਂ ਖਾਧਾ, ਔਰ ਸਿਰ ਵੱਲੋਂ ਸੁੰਘਿਆ ਉੱਥੋਂ ਵੀ ਨਹੀਂ ਖਾਧਾ। ਕਾਰਨ ਕੀ ਹੈ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਜੇ ਤੈਨੂੰ ਸੈਂਸਾ ਜਾਂ ਕੋਈ ਸ਼ੰਕਾ ਤੇ ਉਸ ਨੂੰ ਬੁਲਾ ਕੇ ਪੁੱਛ ਲਾ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਹਨੂੰ ਗਿਆਨ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਜੋ ਕੀਤੇ ਸੀ ਬਘਿਆੜ ਨੇ। ਜਦ ਮਰਦਾਨੇ ਨੇ ਬੁਲਾ ਕੇ ਪੁੱਛਿਆ ਵੀ ਕਾਰਨ ਕੀ ਹੈ ਤੇਰਾ, ਇਹ ਆਹਾਰ ਆ, ਤੂੰ ਖਾਧਾ ਕਿਉਂ ਨਹੀਂ? ਕਹਿੰਦਾ ਮੈਂ ਵੇਖਿਆ ਸੀ ਪੈਰਾਂ ਨਾਲ ਚੱਲ ਕੇ, ਕਦੀ ਗੁਰੂ ਘਰ ਵਿੱਚ ਵੀ ਗਿਆ, ਕਿਸੇ ਮੰਦਿਰ ਮਸੀਤ ਵਿੱਚ ਵੀ ਗਿਆ, ਪਰ ਇਹ ਕਿਤੇ ਚੱਲ ਕੇ ਨਹੀਂ ਗਿਆ। ਹੱਥਾਂ ਨਾਲ ਮੈਂ ਵੇਖਿਆ ਸੀ, ਕਦੀ ਕਿਸੇ ਨੂੰ ਭਾਂਡੇ ਵੀ ਮਾਂਜੇ ਆ, ਪਾਣੀ ਪਿਲਾਇਆ, ਲੰਗਰ ਛਕਾਇਆ, ਕਦੀ ਝਾੜੂ ਫੇਰਿਆ ਕਿਸੇ ਗੁਰਦੁਆਰੇ ਮੰਦਿਰ ਮਸੀਤ ਵਿੱਚ, ਕਿਸੇ ਸ਼ੁਭ ਥਾਂ ਤੇ, ਪਰ ਇਹਨੇ ਉਹ ਵੀ ਨਹੀਂ ਕੀਤਾ। ਗੁਰੂ ਚਰਨਾਂ ਵਿੱਚ ਮੱਥਾ ਵੀ ਨਹੀਂ ਟੇਕਿਆ, ਕਿਸੇ ਦਰਬਾਰ ਵਿੱਚ ਜਾ ਕੇ ਗੁਰੂ ਘਰ 'ਚ ਮੱਥਾ ਨਹੀਂ ਟੇਕਿਆ। ਇਸ ਕਰਕੇ ਇਹ ਜਿਹੜੀ ਦੇਹ ਹੈ ਇਹਦੀ ਅਪਵਿੱਤਰ ਹੈ। ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗਿਆਨ ਹੋ ਗਿਆ, ਜੇ ਮੈਂ ਇਸ ਨੂੰ ਗ੍ਰਹਿਣ ਕਰਦਾ ਤੇ ਮੇਰਾ ਵੀ ਜਿਹੜਾ ਮਨ ਹੈ, ਮੇਰੀ ਵੀ ਜਿਹੜੀ ਬੁੱਧ ਆ ਉਹ ਵੀ ਭ੍ਰਿਸ਼ਟ ਹੋ ਜਾਣੀ ਸੀ। ਸੋ ਸੇਵਾ ਤੇ ਸਿਮਰਨ ਸਾਡੇ ਲਈ ਦਸਾਂ ਪਾਤਸ਼ਾਹੀਆਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀਆਂ ਘਾਲਣਾ ਤੇ ਕਮਾਈਆਂ, ਕੁਰਬਾਨੀਆਂ ਕੀਤੀਆਂ। ਇੱਕ 42 ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਅਸੀਂ ਗਿਣ ਨਹੀਂ ਸਕਦੇ। ਤੇ ਜੇ ਉਹਨਾਂ ਦੇ ਅਸੀਂ ਚੱਲ ਪਾਇਆ ਪੂਰਨਿਆਂ ਤੇ ਨਾ ਚੱਲੀਏ ਤੇ ਅਸੀਂ ਸਮਝ ਲਓ ਕਿ ਇੱਕ ਦੇਣਦਾਰ ਹਾਂ। ਸੋ ਸਤਿਗੁਰੂ ਮੇਰਾ ਕਰੇ, ਸ਼ਬਦ ਸਰਵਣ ਕਰੋ ਤੇ ਪਿਆਰ ਨਾਲ ਬੋਲਣਾ। ਸਭ ਨੇ ਕੀਰਤਨ ਮਿਲ ਕੇ ਕਰਨਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, 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 ਗੁਰ ਕੇ ਚਰਨ ਤੋਏ ਤੋਏ ਜੀਵਾ, ਗੁਰ ਕੇ ਚਰਨ ਤੋਏ
सास। गुर मेरे प्राण सतगुर मेरी रास। गुर का दर्शन देख देख जीना। गुर के चरण धोए धोए पीवा। गुर की ऋण नित मज्जन करो। जन्म जन्म की हूँ मैं मल हरो। तिस गुर को चिलावो पाखा। महा अगन ते हाथ दे राखा। तिस गुर के ग्रंथो पानी। जिस गुर ते अकल गत जानी। तिस गुर के ग्रह पीसो नीत। जिस प्रसाद वैरी सब मीत। जिन गुरमुख को दीना जियो। अपना दासरा आपे मुल लियो। आपे लायो अपना प्यार। सदा सदा तिस गुर को करी नमस्कार। काल कलेश पै परम दुख लाथा। 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 ओ नानक मेरा गुर समराता। 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 गुर का दर्शन देख देख जीवा। दर्शन देख देख जीवा। गुर का दर्शन देख देख जीवा। दर्शन देख देख जीवा। दर्शन देख देख जीवा। गुर का दर्शन देख देख जीवा। दर्शन देख देख जीवा। दर्शन देख देख जीवा। काल कलेश पै परम दुख लाथा। 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 ओ नानक मेरा गुर समराता। 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 गुर का दर्शन देख देख जीवा। दर्शन देख देख जीवा। दर्शन देख देख जीवा। गुर का दर्शन देख देख जीवा। दर्शन देख देख जीवा। दर्शन देख देख जीवा। कल कलेश भै भरम दुख लाथा। कहो नानक मेरा गुर समराथा। ਕੀਰਤਨ ਤੁਹਾਡੀ ਸੇਵਾ ਇਸ ਤਰ੍ਹਾਂ ਕੀਤੀ ਜਾ ਰਹੀ ਆ। ਹਮੇਸ਼ਾ ਹੀ ਦਾਸ ਦਾ ਇਹ ਖਿਆਲ ਹੁੰਦਾ ਕਿ ਵੱਧ ਤੋਂ ਵੱਧ ਸੰਗਤ ਦੀ ਭੇਟਾ ਸ਼ਬਦ ਕੀਤੇ ਜਾਣ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ ਇਹ ਬਚਨ ਕਹਿੰਦੇ ਸੀ ਭਈ ਅਦਬ ਸਨਮਾਨ ਕਰਨਾ ਸਤਿਪੁਰਸ਼ਾਂ ਦਾ, ਮਹਾਂਪੁਰਖਾਂ ਦਾ, ਸੰਗਤ ਨੂੰ ਜ਼ਰੂਰੀ ਹੈ। ਪਰ ਜਦੋਂ ਮੱਥਾ ਗੁਰੂ ਕੇ ਸਿੱਖ ਦਾ ਝੁਕੇ ਉਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ। ਔਰ ਜਿਹੜਾ ਸ਼ਬਦ ਨਾਲ ਪਿਆਰ ਕਰਨਾ ਉਹ ਕਹਿੰਦੇ ਸੀਗੇ ਚੰਗਾ ਆ। ਕੀਰਤਨ ਕਰਨ ਵਾਲੇ, ਕੀਰਤਨ ਸੁਣਨ ਵਾਲੇ ਔਰ ਛਿਨ ਮਾਤਰ ਵੀ ਜੁੜ ਜਾਵੇ ਤੇ ਜਿਹੜਾ ਸੱਚਖੰਡ ਵਿੱਚ ਹਾਜ਼ਰੀ ਲੱਗ ਜਾਂਦੀ ਹੈ, ਰੱਬ ਨਾਲ ਜੁੜ ਜਾਂਦਾ। ਸ਼ਬਦ ਜਿਹੜਾ ਇਸ ਨਾਲ ਜੁੜਨਾ ਇੱਕ ਗੁਰੂ ਕੇ ਸਿੱਖ ਦਾ ਫਰਜ਼ ਹੈ। ਤੁਕ ਆਈ ਹੈ ਕਲ ਕਲੇਸ਼ ਭੈ ਭਰਮ ਦੁਖ ਲਾਥਾ। ਕਹੋ ਨਾਨਕ ਮੇਰਾ ਗੁਰ ਸਮਰਾਥਾ।
गुरु समर्थ है और गुरु कारण जोग है। गुरु जिहड़ा वो गुरु के सिख दियां मन दियां भावना नूं जानदा, पर पूरा गुरु साहिब गुरु ग्रंथ साहिब सच्चे पातशाह कई बार अधूरे गुरु भी देखण च आउंदे आ और तुसीं सियाणी संगत बैठे हो। जिहड़ा अपने नाल जोड़दा वो अधूरा गुरु आ, जिहड़ा गुरु दे चरनां नाल रब नाल जोड़दा वो जिहड़ा गुरु का सिख जिहड़ा रब नाल जोड़े और वो चंगा, ओही लोक सुखीए प्रलोक सुहेले, नानक हर प्रभ आपे मेले। गुरु ग्रंथ साहब पूरे गुरु आ ते जिहड़ा इन्हां नाल तोड़दा वो समझ लो भी ਉਹਦੇ वर्गा कोई पाप नहीं, ते जिहड़ा गुरु ग्रंथ साहब नाल जोड़दा ਇਹਦੇ वर्गा कोई पुण्य नहीं। सो इस करके ये समर्थ है गुरु। सो शब्द सरवण करो ते सब ने नाल कीर्तन मिल के करना, सब ने कृपा करके नाल जिहड़ा नाल नाल शब्द दे बोलना ताकि हाजरी लगे।